Hello, dosto. Welcome to Siddhi Punjab. So today we are going to discuss all the relevant current affairs from 16th to 18th September, right? And for your own practice, for improving your knowledge, for revision purposes, we have launched a new test series for prelims. ਅਗਰ ਤੁਸੀਂ ਚਾਹੁੰਦੇ ਹੋ ਕਿ ਅਗਲੇ 4 ਤੋਂ 5 ਮਹੀਨੇ ਵਿੱਚ ਤੁਹਾਡਾ ਸਿਲੇਬਸ ਜਿਹੜਾ ਹੈ ਪੂਰਾ ਅੱਛੇ ਤਰੀਕੇ ਨਾਲ ਰਿਵਾਈਜ਼ ਹੋ ਜਾਵੇ ਤੁਹਾਨੂੰ ਐਲੀਮੀਨੇਸ਼ਨ ਟ੍ਰਿਕਸ ਪਤਾ ਚੱਲਣ ਕਿਉਂਕਿ ਪੀਪੀਐਸਸੀ ਵਿੱਚ ਬਹੁਤ ਰੈਲੇਵੈਂਟ ਹੈ ਹਜੇ ਵੀ and different types of questions that are asked in PPSC you want to know, then join this test series. It will help you practice the required content for the exam, right? So do that. Let's see the contents. Today we are going to discuss these six broad topics. Sangeet Natak Academy ने कुछ awards जीते हैं. We will see about it. Prelims लिए important है. Bhai Veer Singh the novel Sundari is in the news. So ਭਾਈ ਵੀਰ ਸਿੰਘ ਐਂਡ ਇਹਨਾਂ ਦੇ ਕੰਟਰੀਬਿਊਸ਼ਨ ਨੂੰ ਡਿਸਕਸ ਕਰ ਲਵਾਂਗੇ ਪ੍ਰੀਲਿਮਸ ਚ ਪੁੱਛਿਆ ਜਾ ਸਕਦਾ ਹੈ then drawn crisis response system providing a boon for ਅੰਮ੍ਰਿਤਸਰ ਰੂਰਲ ਪੁਲਿਸ ਪੰਜਾਬ ਚ ਦੇਖੋ ਡਰੱਗ ਦੀ ਬਹੁਤ ਪ੍ਰੋਬਲਮ ਹੈ ਡਰੱਗ ਐਡਿਕਸ਼ਨ ਦੀ ਉਹਨੂੰ ਫਾਈਟ ਕਰਨ ਲਈ ਡਰੱਗਸ ਤੇ ਕਮਿੰਗ ਇਨ ਨੂੰ ਫਾਈਟ ਇਨ ਕਰਨ ਲਈ ਕਾਫੀ ਸਾਰੇ ਮੈਜਰਸ ਲਿੱਤੇ ਗਏ ਹੈ ਦਿਸ ਇਜ਼ ਵਨ ਆਫ ਦੋਸ ਸੋ ਇਹਨੂੰ ਬਰੀਫਲੀ ਦੇਖ ਲਵਾਂਗੇ ਆਨਸਰਸ ਚ ਯੂਜ਼ ਕਰ ਸਕਦੇ ਹਾਂ ਨੈਕਸਟ ਇਜ਼ ਅਜ਼ਰਾਈਲੀ ਆਸਟ੍ਰੇਲੀਅਨ ਡਿਪਲੋਮੈਟਸ ਮਾਰਕ ਹਿੰਦੀ ਦਿਵਸ ਸੀਗਾ ਸੋ ਉਹਦੇ ਨਾਲ ਰਿਲੇਟਡ ਇਹਨਾਂ ਨੇ ਕੁਝ ਡਿਵੈਲਪਮੈਂਟਸ ਕੀਤੀਆਂ ਵੀ ਵਿਲ ਸੀ ਡਿਪਲੋਮੇਸੀ ਲਈ ਆਈਆਰ ਲਈ ਇੰਪੋਰਟੈਂਟ ਹੈ then all lives matter Janvi a victim of police insecurity and racism ਕਿਵੇਂ ਯੂਐਸ ਜਾਂ ਵੈਸਟਰਨ ਕੰਟਰੀਜ਼ ਚ ਜਿਹੜੀ ਆਪਣੀ ਰੇਸਿਜ਼ਮ ਬਹੁਤ ਹਾਈ ਹੈ ਹਿਊਮਨ ਲਾਈਫ ਨੂੰ ਇਹ ਵੈਲਿਊ ਨਹੀਂ ਕਰਦੇ ਬਟ ਆਪਦੀ ਰੇਸ ਨੂੰ ਜ਼ਰੂਰ ਵੈਲਿਊ ਕਰਦੇ ਹੈ ਦਿਸ ਇਜ਼ ਵਾਟ ਵੀ ਵਿਲ ਸੀ ਐਜ਼ ਐਨ ਐਗਜ਼ਾਮਪਲ ਵੀ ਕੈਨ ਯੂਜ਼ ਦਿਸ ਐਂਡ ਫਾਈਨਲੀ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਬਹੁਤ ਇੰਪੋਰਟੈਂਟ ਟੌਪਿਕ ਹੈ ਜੀਐਸ2 ਦੇ ਪਰਸਪੈਕਟਿਵ ਤੋਂ ਉਹਨੂੰ ਡਿਸਕਸ ਕਰ ਲਵਾਂਗੇ ਰਾਈਟ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਮਾਈ ਚੈਨਲ ਵਿਦ ਐਜ਼ many aspirants as you can, right? Let's see the first topic Sangeet Natak Academy honor for Punjab artist Bhimsen Sharma Sushil Kumar Jain, right? So देखो recently Sangeet Natak Academy ने ये decision लिता है that 84 personalities ਨੂੰ they will be giving awards that are called as Amrit Awards, right? Amrit Awards मतलब ਇਹਨਾਂ ਨੇ unique awards ਇਹ launch ਕੀਤੇ ਹੈ ਇਸ 'ਚ ਹੋਣਾ ਕਿਆ ਹੈ ਇਹਨਾਂ ਪਰਸਨੈਲਿਟੀਜ਼ ਨੂੰ ਜਿਨ੍ਹਾਂ ਨੇ ਲਿਟਰੇਚਰ ਦੇ ਫੀਲਡ 'ਚ ਕਾਫੀ ਕੰਟਰੀਬਿਊਸ਼ਨ ਦਿੱਤੀ ਹੈ ਇਹਨਾਂ ਨੂੰ ਕਦੀ ਵੀ ਲਾਈਫ ਟਾਈਮ ਅਵਾਰਡਸ ਨਹੀਂ ਮਿਲੇ ਹੈ ਬਟ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਰਿਕਗਨਾਈਜ਼ ਕਰਦਿਆਂ ਹੋਇਆ ਇਹ ਯੂਨੀਕ ਅਵਾਰਡਸ ਅੰਮ੍ਰਿਤ ਨਾਟਕ ਅਕੈਡਮੀ ਨੇ ਲਾਂਚ ਕੀਤਾ ਹੈ ਠੀਕ ਹੈ ਸੋ ਦੋ ਇਹਨਾਂ ਚੋਂ ਪੰਜਾਬੀ ਕੰਟਰੀਬਿਊਟਰਸ ਨੂੰ ਵੀ ਮਿਲਣਗੇ ਪੰਜਾਬੀ ਜਿਹੜੇ ਆਰਟਿਸਟਸ ਹੈ ਉਹਨਾਂ ਨੂੰ ਵੀ ਮਿਲਣਗੇ ਠੀਕ ਹੈ ਸੋ ਦਿਸ ਇਜ਼ ਦ ਲੇਟੈਸਟ ਡਿਵੈਲਪਮੈਂਟ ਬਟ ਇਸ ਤੋਂ ਇਲਾਵਾ ਸੰਗੀਤ ਨਾਟਕ ਅਕੈਡਮੀ ਐਜ਼ ਐਨ ਟੌਪਿਕ ਆਪਣੇ ਕਲਚਰ ਪਾਰਟ ਲਈ ਕਾਫੀ ਇੰਪੋਰਟੈਂਟ ਹੈ ਇਹ ਤੇ ਕੁਐਸਚਨ ਆ ਸਕਦਾ ਹੈ ਸੋ ਸੰਗੀਤ ਨਾਟਕ ਅਕੈਡਮੀ ਦੇ ਬੇਸਿਕਸ ਜਿਹੜੇ ਆਪਾਂ ਦੇਖ ਲੈਂਦੇ ਹਾਂ ਸੰਗੀਤ ਨਾਟਕ ਅਕੈਡਮੀ ਹੁਣ ਹੈ ਕਿਆ ਦੇਖੋ ਇਹ ਨੈਸ਼ਨਲ ਅਕੈਡਮੀ ਫॉर ਮਿਊਜ਼ਿਕ ਡਾਂਸ ਐਂਡ ਡਰਾਮਾ ਹੈ ਪੂਰੇ ਇੰਡੀਆ ਵਿੱਚ ਗਵਰਨਮੈਂਟ ਬੋਡੀ ਜਿਹੜੀ ਇਹਨਾਂ ਤਿੰਨ ਐਕਟੀਵਿਟੀਜ਼ ਨੂੰ ਜਨਰਸ ਨੂੰ ਕੰਟਰੋਲ ਕਰਦੀ ਹੈ ਉਹ ਸੰਗੀਤ ਨਾਟਕ ਅਕੈਡਮੀ ਹੈ 1952 ਵਿੱਚ ਇਹ ਐਸਟੈਬਲਿਸ਼ ਹੋਈ ਸੀ ਬਾਈ ਅ ਰੈਜ਼ੋਲੂਸ਼ਨ ਆਫ ਮਿਨਿਸਟਰੀ ਆਫ ਐਜੂਕੇਸ਼ਨ ਮਤਲਬ ਇਹ ਸਟੇਚੂਟਰੀ ਬੋਡੀ ਨਹੀਂ ਹੈਗੀ ਇਹ ਕਨਸਟੀਟਿਊਸ਼ਨਲ ਬੋਡੀ ਨਹੀਂ ਹੈਗੀ ਇਹ ਇੱਕ ਐਗਜ਼ੈਕਟਿਵ ਬੋਡੀ ਹੈ ਸੈਟ ਬਾਈ ਦੀ ਰੈਜ਼ੋਲੂਸ਼ਨ ਆਫ ਦੀ ਗਵਰਨਮੈਂਟ ਠੀਕ ਹੈ ਆਟੋਨੋਮਸ ਬੋਡੀ ਹੈ ਕਿਸੇ ਦੇ ਅੰਡਰ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਨਹੀਂ ਆਂਦੀ ਪੀਐਮਓ ਨੂੰ ਰਿਪੋਰਟ ਕਰਦੀ ਹੋਊਗੀ ਐਂਡ ਇਹ ਆਈ ਮੀਨ ਰਿਪੋਰਟ ਕਰਦੀ ਹੈ ਬਟ ਮਿਨਿਸਟਰੀ ਆਫ ਕਲਚਰ ਦੇ ਅੰਡਰ ਜੋ ਹੈ ਇਹਦੀ ਸਥਾਪਨਾ ਹੋਈ ਹੈ ਠੀਕ ਹੈ ਸਿੱਧਾ ਡਾਇਰੈਕਟਲੀ ਮਿਨਿਸਟਰ ਨੂੰ ਰਿਪੋਰਟ ਕਰਦੇ ਨੇ ਐਂਡ ਦੈਨ ਨੈਸ਼ਨਲ ਸਕੂਲ ਆਫ ਡਰਾਮਾ ਜਿਹੜਾ ਹੈ ਇਹ ਵੀ ਬਹੁਤ ਫੇਮਸ ਹੈ ਤੁਹਾਡੇ ਜਿਹੜੇ ਵੱਡੇ ਵੱਡੇ ਐਕਟਰਸ ਤੁਸੀਂ ਦੇਖਦੇ ਹੋ ਫੇਮਸ ਐਕਟਰਸ ਜਿਹੜੇ ਦੇਖਦੇ ਹੋ ਉਹ ਨੈਸ਼ਨਲ ਸਕੂਲ ਆਫ ਡਰਾਮਾ ਚੋਂ ਹੀ ਆਉਂਦੇ ਹੈ that national school of drama has also been established under the support of national academy of ਸੰਗੀਤ ਨਾਟਕ ਅਕੈਡਮੀ ਜਿਹਨੂੰ ਆਪਾਂ ਕਹਿ ਰਹੇ ਹਾਂ ਠੀਕ ਹੈ ਸੋ ਇਹ ਬਹੁਤ ਇੰਪੋਰਟੈਂਟ ਹੈ ਇਹ ਦੋ ਟਾਈਪ ਦੇ ਅਵਾਰਡਸ ਜਾਂ ਰਿਕਗਨਾਈਜੇਸ਼ਨਸ ਦਿੰਦੀ ਹੈ ਇੱਕ ਤਾਂ ਆਪਾਂ ਕਹਿੰਦੇ ਆ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ ਜੋ ਮੋਸਟ ਪ੍ਰੈਸਟੀਜੀਅਸ ਤੇ ਰੇਅਰ ਆਨਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਕੁਆਲੀਫਾਈਡ ਜਾਂ ਬਹੁਤ ਹੀ ਜ਼ਿਆਦਾ ਹੁਨਰ ਵਾਲੇ ਲੋਕਾਂ ਨੂੰ ਮਿਲਦਾ ਹੈ ਐਂਡ ਦੈਨ ਸੰਗੀਤ ਨਾਟਕ ਅਕੈਡਮੀ ਅਵਾਰਡਸ ਜਿਹੜੇ ਹਰ ਸਾਲ ਦਿੱਤੇ ਜਾਂਦੇ ਹੈ ਟੂ ਰਿਕਗਨਾਈਜ਼ ਦੀ ਕੰਟਰੀਬਿਊਸ਼ਨਸ ਆਫ ਸਰਟੇਨ ਫਾਰਮ ਆਫ ਆਰਟਿਸਟ ਠੀਕ ਹੈ ਜੀ ਸੋ ਦੇਖੋ ਫੈਲੋਸ਼ਿਪ 'ਚ ਤਾਂ 3 ਲੱਖ ਰੁਪਇਆ ਨਾਲ ਤਾਮਰਾ ਪੱਤਰਾ ਐਂਡ ਅੰਗਾ ਵਸਤਰਮ ਮਿਲਦਾ ਹੈ ਅੰਗਾ ਵਸਤਰਮ ਸ਼ਾਲ ਜਾਂ ਪਾ ਦਿੰਦੇ ਹੈ ਸਮਥਿੰਗ ਲਾਈਕ ਦੈਟ ਸੋ ਐਂਡ ਅਵਾਰਡਸ ਦੇ ਵਿੱਚ 1 ਲੱਖ ਰੁਪਇਆ ਤਾਮਾ ਪੱਤਰਾ ਐਂਡ ਅੰਗਾ ਵਸਤਰਾ ਮਿਲਦਾ ਹੈ
ठीक है। सो ये वेरियस एरियाज 'ਚ ਅਵਾਰਡਸ ਦੇ ਸਕਦੇ ਆ, ਮਿਊਜ਼ਿਕ, ਡਾਂਸ, ਥੀਏਟਰ, ਰਾਈਟ, ਟ੍ਰੈਡੀਸ਼ਨਲ, ਫੋਕ, ਐਨੀ ਟਾਈਪ ਆਫ ਡਾਂਸ ਔਰ ਦੈਟ ਪਪੇਟਰੀ, ਕਿਸੇ ਵੀ ਤਰੀਕੇ ਦਾ ਜੋ ਆਰਟਿਸਟ ਹੈ ਉਹਨੂੰ ਅਵਾਰਡਸ ਇਹਦੇ ਅੰਡਰ ਰਿਕਗਨਾਈਜ਼ ਕੀਤੀ ਜਾ ਸਕਦੀ ਹੈ ਉਹਦੀ ਕੰਟਰੀਬਿਊਸ਼ਨ, ਰਾਈਟ। that is mainly about this, just factual prelims ਲਈ ਯਾਦ ਰੱਖੋ, ਕੁਐਸਚਨ ਪੁੱਛਿਆ ਜਾ ਸਕਦਾ ਹੈ। ਨਾਓ ਭਾਈ ਵੀਰ ਸਿੰਘ, ਤੁਸੀਂ ਪਿਕਚਰ 'ਚ ਦੇਖ ਸਕਦੇ ਹੋ, ਭਾਈ ਵੀਰ ਸਿੰਘ ਬਹੁਤ ਹੀ ਵੱਡੇ ਰਾਈਟਰ ਰਹੇ ਨੇ ਪੰਜਾਬ ਦੇ, ਰਾਈਟ। ਸੋ ਇਹਨਾਂ ਦੀ ਕੰਟਰੀਬਿਊਸ਼ਨਸ ਜਾਣਨਾ ਜ਼ਰੂਰੀ ਹੈ, ਕੁਐਸਚਨਸ ਆ ਸਕਦੇ ਨੇ, ਠੀਕ ਹੈ ਜੀ। ਸੋ ਦੇਖੋ, ਇਹ ਸਿੰਘ ਸਭਾ ਤੇ ਆਰਿਆ ਸਮਾਜ ਮੂਵਮੈਂਟ ਜਿਹੜੀ ਪੰਜਾਬ ਵਿੱਚ ਚੱਲ ਰਹੀ ਸੀ 1920s, ਜਾਂ ਤੁਸੀਂ ਕਹਿ ਸਕਦੇ ਹੋ ਲੇਟ 18th ਸੈਂਚੁਰੀ ਤੇ ਅਰਲੀ 20th ਸੈਂਚੁਰੀ ਦੇ ਵਿੱਚ ਇਹਨਾਂ ਨੇ ਇਸ ਤੋਂ ਬਹੁਤ ਇੰਸਪਾਇਰ ਹੋਏ ਨੇ ਤੇ ਇਸ ਦੇ ਵਿੱਚ ਕੰਟਰੀਬਿਊਟ ਵੀ ਕੀਤਾ ਹੈ ਥਰੂ ਹਿਜ਼ ਰੀਡਿੰਗਸ, ਠੀਕ ਹੈ। ਇੱਕ ਮੂਵਮੈਂਟ ਦੇ ਆਈਡੀਆਜ਼ ਤੋਂ ਇਹ ਇੰਸਪਾਇਰ ਹੋਏ, ਲਿਖਣਾ ਉਸ ਡਾਇਰੈਕਸ਼ਨ 'ਚ ਸ਼ੁਰੂ ਕੀਤਾ ਐਂਡ ਦੈਨ ਉਸ ਮੂਵਮੈਂਟ ਨੂੰ ਹੀ ਖੁਦ ਬੂਸਟ ਕੀਤਾ ਥਰੂ ਹਿਜ਼ ਰਾਈਟਿੰਗਸ, ਠੀਕ ਹੈ। ਸੋ ਇਹਨਾਂ ਨੇ ਕਾਫੀ ਕੰਟਰੀਬਿਊਸ਼ਨ ਕੀਤਾ ਹੈ ਆਪਣੀ ਇਹਨਾਂ ਮੂਵਮੈਂਟਸ 'ਚ। ਦੇਖੋ, ਜਦੋਂ 1890s 'ਚ ਇਹਨਾਂ ਨੂੰ ਲੱਗਿਆ ਜਿਹੜੇ ਕ੍ਰਿਸਚੀਅਨ ਮਿਸ਼ਨਰੀਜ਼ ਹੈ ਉਹ ਕਾਫੀ ਆਪਦਾ ਪ੍ਰੋਪੇਗੈਂਡਾ, ਆਪਦਾ ਕਨਵਰਜਨ ਵਾਲਾ ਵਰਕ ਕਰ ਰਹੇ ਨੇ, ਤਾਂ ਇਹਨਾਂ ਨੇ ਖੁਦ ਦੀ ਪ੍ਰਿੰਟਿੰਗ ਪ੍ਰੈਸ ਵੀ ਸਟਾਰਟ ਕੀਤੀ ਤਾਂ ਕਿ ਆਪਦੇ ਧਰਮ ਨੂੰ ਬਚਾਇਆ ਜਾ ਸਕੇ ਇਹਨਾਂ ਮਿਸ਼ਨਰੀਜ਼ ਤੋਂ, ਉਹਨਾਂ ਦੇ ਕਨਵਰਜਨ ਵਰਕ ਤੋਂ। ਤਾਂ ਅੰਮ੍ਰਿਤਸਰ ਵਿੱਚ ਇਹ ਪ੍ਰਿੰਟਿੰਗ ਪ੍ਰੈਸ ਇਹਨਾਂ ਨੇ ਸਟਾਰਟ ਕੀਤੀ, ਜਿੱਥੇ ਇਹ ਖੁਦ ਦਾ ਪ੍ਰੋਪੇਗੈਂਡਾ, ਸਿੰਘ ਸਭਾ ਮੂਵਮੈਂਟ ਦੀ, ਆਰਿਆ ਸਮਾਜ ਮੂਵਮੈਂਟ ਦੇ ਆਈਡੀਆਜ਼ ਨੂੰ ਹੋਰ ਅੱਗੇ ਲੋਕਾਂ ਤੱਕ ਪਹੁੰਚਾ ਸਕਣ ਥਰੂ ਦਿਸ ਪ੍ਰਿੰਟਿੰਗ ਪ੍ਰੈਸ, ਠੀਕ ਹੈ ਜੀ। ਇਸੇ ਲਈ ਇਹਨਾਂ ਨੇ ਖਾਲਸਾ ਟਰੈਕ ਸੁਸਾਇਟੀ ਵੀ ਸਟੈਬਲਿਸ਼ ਕੀਤੀ ਤਾਂ ਕਿ ਸਿੱਖ ਲੋਕਾਂ ਤੱਕ ਆਪਦੇ ਮੈਸੇਜ ਨੂੰ ਪਹੁੰਚਾ ਸਕਣ। ਇਸੇ ਤਰੀਕੇ ਨਾਲ ਨਿਊਜ਼ਪੇਪਰ ਖਾਲਸਾ ਸਮਾਚਾਰ ਵੀ ਐਸਟੈਬਲਿਸ਼ ਕੀਤਾ ਅਗੇਨ, ਤਾਂ ਕਿ ਇਹ ਸਿੰਘ ਸਭਾ ਮੂਵਮੈਂਟ ਦੇ ਆਈਡੀਆਜ਼ ਨੂੰ ਜ਼ਿਆਦਾ ਲੋਕਾਂ ਤੱਕ ਸਪਰੈਡ ਕਰ ਸਕਣ, ਠੀਕ ਹੈ ਜੀ। ਹੁਣ ਦੇਖੋ, ਇਹ ਕਾਫੀ ਵਰਸਟਾਈਲ ਰਾਈਟਰ ਰਹੇ ਆ। ਅਗਰ ਰਾਈਟਰ ਦੇ ਰੂਪ ਨਾਲ ਦੇਖੀਏ, ਇਹਨਾਂ ਨੂੰ ਕਾਫੀ ਸਾਰੇ ਟਾਈਟਲਸ ਮਿਲੇ ਹੋਏ ਨੇ। ਇਹਨਾਂ ਨੂੰ ਪੋਇਟ ਆਫ ਸਿਕਸ ਵੀ ਕਿਹਾ ਜਾਂਦਾ ਹੈ, ਪੋਇਟ ਆਫ ਕੋਸਮੋਸ ਵੀ ਕਿਹਾ ਜਾਂਦਾ ਹੈ, ਟੈਂਪਲ ਆਫ ਐਡੋਰੇਸ਼ਨ ਦਾ ਵੀ ਟਾਈਟਲ ਇਹਨਾਂ ਨੂੰ ਮਿਲਿਆ ਹੈ, ਕਿ ਮਤਲਬ ਇੰਨਾ ਜ਼ਿਆਦਾ ਇਹਨਾਂ ਨੂੰ ਸਰਾਹਿਆ ਗਿਆ ਹੈ। ਇਹਨਾਂ ਨੂੰ ਇਹਨਾਂ ਦੀ ਕੰਟਰੀਬਿਊਸ਼ਨ ਕਰਕੇ ਗ੍ਰੇਟੈਸਟ ਸਿੱਖ ਆਫ ਦੀ 20th ਸੈਂਚੁਰੀ ਦਾ ਵੀ ਖਿਤਾਬ ਮਿਲਿਆ ਸੀ। ਐਂਡ ਜੇ.ਐਸ. ਗੁਲੇਰੀਆ ਨੇ ਇਹਨਾਂ ਨੂੰ ਸਿਕਸਥ ਰਿਵਰ, ਛੇਵਾਂ ਦਰਿਆ ਆਫ ਪੰਜਾਬ ਵੀ ਕਿਹਾ ਹੈ। ਤੁਹਾਨੂੰ ਪਤਾ ਹੈ ਪੰਜਾਬ ਇਜ਼ ਅ ਯੂਨੀਅਨ ਆਫ, ਜਾਂ ਇਜ਼ ਅ ਪਲੇਸ ਵੇਅਰ ਪੰਜ ਦਰਿਆ ਫਲੋਜ਼, ਤਾਂ ਇਹਨਾਂ ਨੂੰ ਛੇਵਾਂ ਦਰਿਆ ਦਾ ਖਿਤਾਬ ਦਿੱਤਾ ਗਿਆ ਸੀ। ਇਹ ਬਹੁਤ ਇੰਪੋਰਟੈਂਟ ਹੈ, ਇਸ ਤੇ ਕੁਐਸਚਨ ਬਣ ਸਕਦਾ ਹੈ। ਦਿੱਤਾ ਕਿਹਨੇ ਸੀ? ਜੇ.ਐਸ. ਗੁਲੇਰੀਆ ਨੇ, ਠੀਕ ਹੈ। ਉਹਨਾਂ ਨੇ ਇਹਨਾਂ ਨੂੰ ਯੂਨੀਵਰਸਲ ਮੈਨ ਵੀ ਕਿਹਾ ਸੀ। ਇਹ ਮੈਨ ਨਾ ਸਿੱਖ, ਨਾ ਮਤਲਬ ਕਿਸੇ ਧਰਮ ਨਾਲ ਐਵੇਂ ਬਾਇਸਡ ਨਹੀਂ ਸੀਗੇ। ਸਭ ਹਿਊਮੈਨਿਟੀ, ਸਭ ਇੰਡੀਅਨਸ ਨੂੰ ਇੱਕ ਕਰਨਾ ਚਾਹ ਰਹੇ ਸੀ, ਠੀਕ ਹੈ। ਉਸ ਤਰੀਕੇ ਨਾਲ ਇਹਨਾਂ ਦੀ ਸਭ ਤੋਂ ਫੇਮਸ ਨੋਵਲ ਹੈ ਸੁੰਦਰੀ, ਜੋ ਇਹਨਾਂ ਦੀ ਫਰਸਟ ਨੋਵਲ ਸੀ ਤੇ ਕਾਫੀ ਜ਼ਿਆਦਾ ਪ੍ਰਚਲਿਤ ਹੋਈ ਸੀ ਉਸ ਟਾਈਮ ਤੇ। ਉਸ ਤੋਂ ਬਾਅਦ ਇਹਨਾਂ ਨੇ 3 ਹੋਰ ਨੋਵਲਸ ਲਿਖੀਆਂ, ਸਿਰਫ 4 ਹੀ ਨੋਵਲਸ ਹੈ ਇਹਨਾਂ ਦੀਆਂ, ਯਾਦ ਰੱਖਣਾ ਹੈ ਤੁਸੀਂ, ਠੀਕ ਹੈ। ਬਿਜਈ ਸਿੰਘ, ਸਤਵੰਤ ਕੌਰ, ਬਾਬਾ ਨੌਟ ਸਿੰਘ, ਸਿਰਫ ਇਹ 4 ਨੋਵਲਸ ਹੈ ਇਹਨਾਂ ਦੀਆਂ। ਇਹਨਾਂ ਨੂੰ ਸਾਹਿਤਿਆ ਅਕੈਡਮੀ ਅਵਾਰਡ ਵੀ ਮਿਲਿਆ ਸੀ, ਉਹ ਇਹਨਾਂ ਨੂੰ ਮਿਲਿਆ ਸੀ ਮੇਰੇ ਸਈਆਂ ਜੀਓ ਵਾਲੀ ਇਹਨਾਂ ਦੀ ਰਾਈਟਿੰਗ ਦੇ ਲਈ, ਠੀਕ ਹੈ। 1953 ਵਿੱਚ ਇਹ ਰਾਈਟਿੰਗ ਪਬਲਿਸ਼ ਹੋਈ ਸੀ, ਮੇਰੇ ਸਈਆਂ ਜੀਓ ਇਹਨਾਂ ਦਾ ਵਰਕ, ਉਹਦੇ ਲਈ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਸੀ। ਪਰ ਇਹਨਾਂ ਦੀ ਫਰਸਟ ਨੋਵਲ ਸੀ ਸੁੰਦਰੀ, ਜਿਹੜੀ ਕਿ ਕਾਫੀ ਫੇਮਸ ਹੋਈ, ਠੀਕ ਹੈ ਜੀ। ਇਹ ਫੈਕਚੁਅਲ ਇਨਫੋਰਮੇਸ਼ਨ ਯਾਦ ਰੱਖਣੀ ਹੈ, ਪ੍ਰੀਲਿਮਸ 'ਚ ਇਸ ਤੇ ਕੁਐਸਚਨ ਬੇਸਡ ਆ ਸਕਦਾ ਹੈ, ਸੋ ਦੈਟ ਇਜ਼ ਵਾਈ ਇਟ ਇਜ਼ ਇੰਪੋਰਟੈਂਟ। ਨੈਕਸਟ ਨਿਊਜ਼ ਆਈਟਮ, ਡਰੋਨ ਕ੍ਰਾਈਸਿਸ ਰਿਸਪੌਂਸ ਸਿਸਟਮ, ਠੀਕ ਹੈ ਜੀ। ਇਹ ਦੇਖੋ, ਪੰਜਾਬ ਤੁਹਾਨੂੰ ਪਤਾ ਹੀ ਹੈ, ਪੰਜਾਬ ਇਜ਼ ਥ੍ਰੈਟਨਡ ਬਾय lot of drug problem from coming from its border state ਪਾਕਿਸਤਾਨ, ਜਿਹੜਾ ਹੈ purposefully drug ਪੰਜਾਬ ਵੱਲ it is pushing to weaken the youth of the ਪੰਜਾਬ, ਤਾਂ ਕਿ ਸਾਡੇ ਯੂਥ ਨੂੰ ਗੁੰਮਰਾਹ ਕੀਤਾ ਜਾਵੇ, ਉਹਨਾਂ ਨੂੰ ਵੀਕਨ ਕੀਤਾ ਜਾ ਸਕੇ, which ultimately impacts India's future, ਰਾਈਟ। ਯੂਥ ਇਜ਼ ਦ ਫਿਊਚਰ ਆਫ ਇੰਡੀਆ। ਸੋ ਇਸੇ ਲਈ ਇਹ ਪਾਕਿਸਤਾਨ ਦੇ ਡਰਗ ਅਟੈਕ ਨੂੰ ਕਾਈਂਡ ਆਫ ਜਿਹੜਾ ਕਨਸਟੈਂਟ ਹੁੰਦਾ ਰਹਿੰਦਾ ਹੈ, ਇਹਨੂੰ ਕੰਬੈਟ ਕਰਨ ਲਈ ਅਸੀਂ ਬਹੁਤ ਸਾਰੇ ਮੈਜਰਸ ਲੈ ਰਹੇ ਹਾਂ, ਪੰਜਾਬ ਗਵਰਨਮੈਂਟ ਵੀ ਲੈ ਰਹੀ ਹੈ। ਵਨ ਆਫ ਸਚ ਮੈਜਰਸ ਇਜ਼ ਡਰੋਨ ਐਮਰਜੈਂਸੀ ਰਿਸਪੌਂਸ ਸਿਸਟਮ, ਠੀਕ ਹੈ। ਇਹ ਕਿਆ ਕਰਦਾ ਹੈ, ਜਿੰਨੇ ਵੀ ਸਰਹੱਦ ਪਾਰ ਤੋਂ ਡਰੱਗਸ ਵਗੈਰਾ ਸਿੱਟੇ ਜਾ ਰਹੇ ਨੇ ਥਰੂ ਡਰੋਨਸ ਔਰ ਥਰੂ ਹਿਊਮਨਸ, ਉਹਨਾਂ ਨੂੰ ਡਿਟੈਕਟ ਕਰਨ ਲਈ ਕਾਫੀ ਕੰਮ ਕਰਦਾ ਹੈ। तो ਤੁਸੀਂ ਇਹਦਾ ਨਾਮ ਯਾਦ ਰੱਖ ਸਕਦੇ ਹੋ ਕਿ ਅੰਮ੍ਰਿਤਸਰ ਪੁਲਿਸ ਹੈਜ਼ ਡਿਪਲੋਇਡ ਡਰੋਨ ਐਮਰਜੈਂਸੀ ਰਿਸਪੌਂਸ ਸਿਸਟਮ ਟੂ ਫਾਈਟ ਦੀ ਡਰਗ menace that is coming from across the border, ਰਾਈਟ। ਇਹਦੇ ਨਾਲ ਹੀ ਵਿਲੇਜ ਡਿਫੈਂਸ ਕਮੇਟੀਜ਼ ਵੀ ਬਣਾਈਆਂ ਗਈਆਂ ਨੇ। ਬਹੁਤ ਹੀ ਕਮਿਊਨਿਟੀ ਪੁਲਿਸਿੰਗ ਵਾਲਾ ਮੈਜਰ ਹੈ ਇਹ, ਜਿੱਥੇ
ਵਿਲੇਜ ਦੇ ਵੱਡੇ ਬੁੜੇ ਪੰਚਾਇਤ ਦੇ ਮੈਂਬਰਸ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ ਟੂ ਗਿਵ ਇਨਫੋਰਮੇਸ਼ਨ ਟੂ ਪੁਲਿਸ ਕਿ ਕਿਹੜੇ ਲੋਕ ਡਰੱਗ ਟ੍ਰੇਡ ਚ ਇਨਵੋਲਡ ਨੇ ਕਦੋਂ ਡਰੱਗਸ ਆ ਰਹੇ ਨੇ ਤਾਂ ਕਿ ਇਹ ਫੜ ਸਕਣ ਡਰੱਗ ਪੈਡਲਰਸ ਨੂੰ ਠੀਕ ਹੈ ਸੋ ਇਹ ਦੋ ਇੰਪੋਰਟੈਂਟ ਮੈਜਰਸ ਨੇ ਇਹ ਤੁਸੀਂ ਆਪਦੇ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ ਜਗ੍ਹਾ ਜਗ੍ਹਾ ਤੇ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਹੈ 38 ਤਾਂ ਅੰਮ੍ਰਿਤਸਰ ਵਿੱਚ ਹੀ ਹੈ ਗੁਰਦਾਸਪੁਰ ਵਿੱਚ ਵੀ ਹੈ ਪਠਾਨਕੋਟ ਚ ਵੀ ਹੈ 30 to 40 ਕਮੇਟੀਆਂ ਉਹਨਾਂ ਦੇ ਵਿਲੇजेस ਚ ਵੀ ਬਣਾਈਆਂ ਗਈਆਂ ਬਾਰਡਰ ਵਿਲੇजेस ਵਿੱਚ right so you can use this in your answer then Israeli and Australian diplomats mark Hindi Divas by reciting Kabir's dohas ठीक है जी हिंदी दिवस सी ਤੁਹਾਨੂੰ ਪਤਾ ਹੀ ਹੈ ਦੇਖੋ ਇਹ this shows the relationship that we have with Israel and Australia they are respecting our culture they are respecting our festivals they are respecting our language ਐਂਡ ਇਸੇ ਲਈ ਆਪਦੀ ਰਿਸਪੈਕਟ ਆਪਦੇ ਰਿਲੇਸ਼ਨਸ ਦੀ ਇੰਪੋਰਟੈਂਸ ਸ਼ੋਕੇਸ ਕਰਨ ਲਈ ਸਾਡੇ ਹਿੰਦੀ ਦਿਵਸ ਤੇ ਇਹਨਾਂ ਨੇ ਕਬੀਰ ਦੇ ਦੋਹੇ ਤੇ ਅਦਰ ਬਾਲੀਵੁੱਡ ਡਾਇਲੌਗਸ ਇਹਨਾਂ ਨੇ ਪ੍ਰੋਗਰਾਮ ਰੱਖਿਆ ਜਿਸ ਵਿੱਚ ਇਹ ਸਭ ਚੀਜ਼ਾਂ ਇਨੈਕਟ ਕੀਤੀਆਂ ਗਈਆਂ ਜਾਂ ਰਿਸਾਈਟ ਕੀਤੀਆਂ ਗਈਆਂ So this shows a very strong example of India's soft power, India's relations, India's ties with these two countries. ठीक है तो अगर ये कंट्रीज ਨਾਲ ਇੰਡੀਆ ਦੇ ਰਿਲੇਸ਼ਨ ਲਿਖਣ ਨੂੰ ਆਏ ਜਾਂ ਕੋਈ ਐਸੇ ਵਗੈਰਾ ਉੱਥੇ ਤੁਸੀਂ ਇਹ use ਕਰ ਸਕਦੇ ਹੋ as an example that Israeli and Australian diplomats they recited you know uh, Kabir dohas and Bollywood dialogues on Hindi Divas right ਛੋਟੀ ਜੀ ਐਗਜ਼ਾਮਪਲ ਦੇ ਤੌਰ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ then all lives matter Janvi a victim of police insensitivity so ਦੇਖੋ ਤੁਸੀਂ ਇਹ recently news ਦੇਖੀ ਹੋਣੀ ਹੈ this is a very young girl who was killed by in a car accident so ਦੇਖੋ ਇਹ ਇੰਡੀਅਨ ਲੜਕੀ ਹੈ killed in USA ਤਾਂ ਇਹ ਦੇਖਿਆ ਗਿਆ ਸੀ ਕਿ ਇੱਕ ਵੀਡੀਓ ਵਿੱਚ ਇੱਕ ਪੁਲਿਸਮੈਨ ਜੋ ਸੀ ਇਹਨਾਂ ਦੀ ਡੈਥ ਤੇ ਵੀ ਅਫਸੋਸ ਨਹੀਂ ਮਨਾ ਰਿਹਾ ਸੀ rather he was laughing and he said this is what he said her life had limited value anyway ਰਾਈਟ ਕਹਿੰਦਾ ਕਿ ਅਗਰ ਮਰ ਗਈ ਤਾਂ ਕਿਹੜੀ ਵੱਡੀ ਗੱਲ ਹੋ ਗਈ ਇਹਦੀ ਕਿਹੜੇ ਲਾਈਫ ਦਾ ਕੋਈ ਵੈਲਿਊ ਸੀ ਰਾਈਟ ਦਿਸ ਇਜ਼ ਅ ਵੈਰੀ ਇਨਸੈਂਸਿਟਿਵ statement to be said about someone who has died think about the family for whom this person was you know priceless and all ਸੋ ਇਹ ਇੱਕ ਐਗਜ਼ਾਮਪਲ ਹੈ ਰੈਂਪੈਂਟ ਰੇਸਿਜ਼ਮ ਦਾ ਤੁਸੀਂ ਜਦੋਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਆਨਸਰਸ ਲਿਖ ਰਹੇ ਹੋ ਰੇਸਿਜ਼ਮ ਵਿੱਚ ਇਹ ਐਜ਼ ਐਨ ਐਗਜ਼ਾਮਪਲ ਸਾਈਟ ਕਰ ਸਕਦੇ ਹੋ ਦੈਨ ਐਥਿਕਸ ਜਾਂ ਪ੍ਰੋਬਲਮ ਸੋਲਵਿੰਗ ਦੇ ਤੁਹਾਨੂੰ ਸੋਸਾਇਟੀ ਐਂਡ ਐਥਿਕਸ ਦੇ ਵੀ ਤੁਹਾਨੂੰ ਪੀਪੀਐਸਸੀ ਵਿੱਚ ਕੁਐਸਚਨਸ ਆਉਂਦੇ ਨੇ ਉੱਥੇ ਵੀ ਤੁਸੀਂ ਐਜ਼ ਐਗਜ਼ਾਮਪਲ ਇਹਨੂੰ ਯੂਜ਼ ਕਰ ਸਕਦੇ ਹੋ ਇਨ ਇਨਸੈਂਸਿਟਿਵਿਟੀ ਇਨ ਲੈਕ ਆਫ ਕੰਪੈਸ਼ਨ ਇਨ ਲੈਕ ਆਫ ਐਮਪੈਥੀ ਰਾਈਟ ਇਸ ਤਰੀਕੇ ਨਾਲ ਯੂ ਕੈਨ ਯੂਜ਼ ਦੈਟ ਰਾਈਟ ਦੈਟ ਇਜ਼ ਵਾਈ ਠੀਕ ਹੈ ਇਹ ਪੁਲਿਸਮੈਨ ਦੇਖੋ ਕਾਫੀ ਇਨਸੈਂਸਿਟਿਵ ਸੀ ਇਹਨਾਂ ਨੇ ਕਿਹਾ ਕਿ ਸਿਰਫ ਇਹਨਾਂ ਦੀ ਫੈਮਿਲੀ ਨੂੰ ਪੈਸਾ ਦੇ ਦਿਓ ਐਂਡ ਦੇ ਵਿਲ ਬੀ ਕੁਆਇਟ this is how he responded ਕਾਫੀ ਹੀ insensitive statement ਹੈ so it can be used as an example ਬਹੁਤ ਜ਼ਿਆਦਾ news ਚੱਲ ਰਹੀ ਹੈ now criminalization of politics criminalization of politics ਦੇ ਕੋਈ ਡਿਟੇਲ ਚ ਟੌਪਿਕ ਕਰਨਾ ਜ਼ਰੂਰੀ ਹੈ ਆਪਾਂ ਨੂੰ ਐਸਏ ਚ ਵੀ ਆ ਸਕਦਾ ਹੈ ਐਂਡ ਜੀਐਸ ਚ ਤਾਂ ਆ ਹੀ ਸਕਦਾ ਹੈ ਸੋ criminalization of politics ਹੁੰਦਾ ਕਿਆ ਹੈ ਜਿਵੇਂ ਦੇਖੋ ਕਿ ਆਪਣੀ ਪੋਲਿਟਿਕਸ 'ਚ ਬਹੁਤ ਸਾਰੇ ਇਹੋ ਜਿਹੇ ਪੋਲੀਟੀਸ਼ੀਅਨਸ ਹੈ who have criminal records criminal background in related to them ਮਤਲਬ ਬਹੁਤ ਸਾਰੇ criminal cases ਉਹਨਾਂ ਤੇ ਚੱਲ ਰਹੇ ਨੇ right these cases can be related to various things it can be corruption it can be money laundering it can be damage to some public property it can be defamation of some person cheating ਕਿਸੇ ਟਾਈਪ ਦੀ ਜਾਂ ਸਿਵਲ ਸਰਵੈਂਟਸ ਨੂੰ ਆਪਦਾ ਕੰਮ ਕਰਨ ਤੋਂ ਰੋਕਣਾ ਜਿਹੜਾ ਕਿ ਸੈਕਸ਼ਨ 188 ਦੇ ਅੰਡਰ ਆਫੈਂਸ ਹੈ ਉਹਦੇ ਅੰਡਰ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਨੇ ਠੀਕ ਹੈ ਦਿਸ ਆਰ ਦ ਨਾਰਮਲ ਕੇਸਿਸ ਇਹ ਤੋਂ ਬਾਅਦ ਹੀਨੀਅਸ ਕ੍ਰਾਈਮਸ ਵੀ ਆਉਂਦੇ ਆ ਜਿਵੇਂ ਕਿ ਮਰਡਰਸ ਰੇਪਸ ਇਸ ਤਰੀਕੇ ਦੇ ਯਾਰ ਇਨਸਾਈਟਿੰਗ ਹੇਟ ਇਸ ਤਰੀਕੇ ਦੇ ਹੀਨੀਅਸ ਕ੍ਰਾਈਮਸ ਵੀ ਇਹਨਾਂ ਦੇ ਅਗੇਂਸਟ ਰਿਪੋਰਟਡ ਨੇ राइट सो जो लेटेस्ट रिपोर्ट आई है देखो सुप्रीम कोर्ट ने एक आपदी कमेटी या एमिकस क्यूरी ਨੂੰ ਅਪਾਇੰਟ ਕੀਤਾ ਸੀ ਟੂ ਜੱਜ ਦੀ ਕ੍ਰਿਮੀਨਲਾਈਜੇਸ਼ਨ ਕਿੰਨੇ ਕੇसेस ਵਗੈਰਾ ਪੈਂਡਿੰਗ ਨੇ ਤਾਂ ਉਹਨਾਂ ਨੇ ਇਹ ਡਾਟਾ ਦਿੱਤਾ ਹੈ ਕਿ ਟੋਟਲ 4442 ਕੇसेस ਆਰ देयर अगेंस्ट दी legislators across the country criminal cases ਇਹਨਾਂ ਤੇ ਚੱਲ ਰਹੇ ਨੇ in various of these fields ਠੀਕ ਹੈ ਉਹਨਾਂ ਨੇ ਜਦੋਂ ਡਾਟਾ ਐਨਾਲਾਈਜ਼ ਕੀਤਾ ਤਾਂ ਇਹ ਵੀ ਦੱਸਿਆ ਕਿ ਜਿਹੜੇ ਕ੍ਰਿਮੀਨਲ ਕੇਸਿਸ ਹੈ ਐਵਰੀ ਈਅਰ ਦੇ ਆਰ ਇਨਕਰੀਜ਼ਿੰਗ ਆਏ ਲਗਾ ਲਓ ਠੀਕ ਹੈ 2009 ਚ ਅਗਰ ਤੁਸੀਂ ਦੇਖੋ 3% of our legislators had criminal cases 2000
14 ਚ ਦੇਖੋ ਤਾਂ 34% ਹੋ ਗਏ, 2019 ਚ ਇਹ ਵੱਧ ਕੇ 43% ਹੋ ਗਏ ਨੇ, ਰਾਈਟ। ਉਸ ਤੋਂ ਬਾਅਦ ਸੀਰੀਅਸ ਕ੍ਰਿਮੀਨਲ ਕੇਸਿਸ ਜਾਂ ਹੀਨੀਅਸ ਕ੍ਰਾਈਮਸ ਦੇਖੋ ਉਹ ਵੀ ਵੱਧ ਰਹੇ ਨੇ। 2009 ਵਿੱਚ ਸਿਰਫ 14%, ਸਿਰਫ ਤਾਂ ਨਹੀਂ ਮਤਲਬ 14% ਸੀ, 2014 ਵਿੱਚ 21% ਹੋ ਗਏ, ਹੁਣ 2019 ਵਿੱਚ ਵੱਧ ਕੇ ਇਹ 29% ਹੋ ਗਏ ਨੇ, ਰਾਈਟ। ਇਹ ਕਮੇਟੀ ਨੇ ਇਹ ਵੀ ਦੱਸਿਆ ਹੈ ਕਿ 43% ਆਫ 2019 ਲੋਕ ਸਭਾ ਦੇ ਜਿਹੜੇ ਵਿਜੇਤਾ ਸੀ, ਜਿਹੜੇ ਲੋਕ ਐਮਪੀਜ਼ ਬਣੇ ਨੇ, ਦੇ ਹੈਵ ਕ੍ਰਿਮੀਨਲ ਰਿਕਾਰਡਸ ਅਗੇਂਸਟ them। ਏਡੀਆਰ ਨੇ ਦੱਸਿਆ ਹੈ, ਏਡੀਆਰ ਬਹੁਤ ਇੰਪੋਰਟੈਂਟ ਐਸੋਸੀਏਸ਼ਨ ਹੈ ਜਿਹੜੀ ਇਲੈਕਸ਼ਨਸ ਤੇ ਡਾਟਾ ਕਾਫੀ ਦਿੰਦਾ ਰਹਿੰਦੀ ਹੈ। ਤਾਂ ਇਹਨੇ ਕਿਹਾ ਹੈ ਜਿੰਨੇ ਵੀ ਲੋਕ ਇਸ ਲੋਕ ਸਭਾ ਵਿੱਚ ਐਮਪੀਜ਼ ਬਣੇ ਬੈਠੇ ਨੇ, ਉਹਨਾਂ ਚੋਂ 43% ਹੈਵ ਕ੍ਰਿਮੀਨਲ ਕੇਸਿਸ ਲੈਵਾਈਡ ਅਗੇਂਸਟ them। ਠੀਕ ਹੈ। ਹੁਣ ਦੇਖੋ ਕਈ ਕਈ ਵਾਰ ਤਾਂ ਨਕਲੀ ਵੀ ਬਣਾਏ ਜਾਂਦੇ ਨੇ, ਐਵੇਂ ਹੀ ਤੁਹਾਨੂੰ ਪਤਾ ਹੀ ਹੈ ਇੱਕ ਦੂਸਰੇ ਦੀ ਬਲੇਮ ਗੇਮ ਬੜੀ ਚੱਲਦੀ ਹੈ। ਨੋਰਮਲ ਕੇਸਿਸ ਹੋਣ ਤਾਂ ਫਿਰ ਵੀ ਠੀਕ ਹੈ, ਬਟ ਅਗਰ ਕੋਈ ਇਹੋ ਜਿਹੇ ਐਮਪੀਜ਼ ਹੈ ਜਿਨ੍ਹਾਂ ਦੇ ਅਗੇਂਸਟ ਹੀਨੀਅਸ ਕੇਸਿਸ ਨੇ, ਹੀਨੀਅਸ ਕ੍ਰਾਈਮ ਵਾਲੇ ਕੇਸਿਸ ਨੇ, ਦੈਟ ਇਨਕਲੂਡਸ ਰੇਪ, ਮਰਡਰ, ਕਿਡਨੈਪਿੰਗ, ਕ੍ਰਾਈਮ ਅਗੇਂਸਟ ਵਿਮਨ, ਇਨਸਾਈਟਿੰਗ ਹੇਟ ਵਗੈਰਾ, ਤਾਂ ਇਹਨਾਂ ਨੂੰ ਐਟਲੀਸਟ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਹੈ। ਦਿਸ ਜਸਟ ਮੀਨਸ ਕਿ ਸਾਡੀ ਪਾਰਲੀਮੈਂਟ ਕ੍ਰਿਮੀਨਲਸ ਨਾਲ ਭਰੀ ਹੋਈ ਹੈ। ਹਾਊ ਵਿਲ ਦੇ ਮੇਕ ਲਾਜ਼ ਦੈਟ ਹਰਟ them, ਰਾਈਟ। ਇਸੇ ਲਈ ਕਾਫੀ ਜ਼ਿਆਦਾ ਇਸ਼ੂ ਹੈ। तो देखो कुछ प्रोविजनस ऑलरेडी है। रिप्रेजेंटेशन ऑफ पीपल्स एक्ट 1951 अगर तुसी देखो ਇਹਦੇ ਸੈਕਸ਼ਨ 8 ਵਿੱਚ ਇਹ ਲਿਖਿਆ ਹੋਇਆ ਹੈ ਕਿ ਇੱਕ ਬੰਦਾ ਜਿਹਦੇ ਅਗੇਂਸਟ ਕ੍ਰਿਮੀਨਲ ਕੇਸ ਹੈ, who has been convicted in a case ਜਿਸ 'ਚ ਉਹਨੂੰ 2 ਸਾਲ ਤੋਂ ਜ਼ਿਆਦਾ ਦੀ imprisonment ਹੋਏਗੀ, he cannot contest elections for few years। ਠੀਕ ਹੈ। ਜਦ ਤੱਕ ਉਹਨਾਂ ਤੇ ਕੇਸ ਚੱਲ ਰਿਹਾ ਹੈ, ਕੇਸ ਸੁਣਵਾਈ ਹੋ ਗਈ ਹੈ, ਕਨਵਿਕਟ ਹੋ ਗਏ ਨੇ ਉਹ, ਐਂਡ ਉਸ ਤੋਂ ਬਾਅਦ I think almost 6 ਸਾਲਾਂ ਤੱਕ they cannot contest the election, ਇੱਕ term ਲਈ they are disqualified। That is the current provision। ਤਾਂ ਮਤਲਬ 6 ਸਾਲਾਂ ਤੋਂ ਬਾਅਦ they can again contest in the elections। ਲਾਲੂ ਪ੍ਰਸਾਦ ਯਾਦਵ is one such example। ਜਦੋਂ ਤੱਕ ਉਹ ਜੇਲ੍ਹ 'ਚ ਸੀ, ਕਨਵਿਕਟਡ ਸੀ, ਉਹਨਾਂ ਨੇ ਆਪਦੀ ਪਤਨੀ ਨੂੰ ਐਜ਼ ਅ ਪ੍ਰੌਕਸੀ ਖੜਾਇਆ ਹੋਇਆ ਸੀ। These kind of cases you will see in India a lot। ਠੀਕ ਹੈ ਜੀ। ਸੋ ਇਹ ਕਾਫੀ ਕੰਸਰਨਿੰਗ ਇਸ਼ੂ ਹੈ। ਇਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਉਹ ਬਹੁਤ ਇੰਪੋਰਟੈਂਟ ਹੈ। ਪਹਿਲੀ ਗੱਲ ਤਾਂ ਪਾਰਟੀਜ਼ ਨੂੰ ਹੀ ਇਹੋ ਜਿਹੇ ਕ੍ਰਿਮੀਨਲ ਲੋਕਾਂ ਨੂੰ ਟਿਕਟਸ ਨਹੀਂ ਦੇਣੀਆਂ ਚਾਹੀਦੀਆਂ। ਐਥੀਕਲ ਪੋਲਿਟਿਕਸ ਅਪਣਾਉਣੀ ਚਾਹੀਦੀ ਹੈ, ਸਪੈਸ਼ਲੀ ਜਿਨ੍ਹਾਂ ਦੇ ਅਗੇਂਸਟ ਹੀਨੀਅਸ ਕ੍ਰਾਈਮਸ ਹੈ, ਉਹਨਾਂ ਨੂੰ ਪਾਰਟੀ ਟਿਕਟ ਨਹੀਂ ਦੇਣੀ ਚਾਹੀਦੀ। ਠੀਕ ਹੈ ਜੀ। ਸੈਕਿੰਡ, ਇਹ ਰਿਕਮੈਂਡ ਕੀਤਾ ਗਿਆ ਹੈ ਐਮਿਕਸ ਕਿਊਰੀ ਬਾਰੇ ਦੁਬਾਰਾ ਕਿ ਜਿਨ੍ਹਾਂ ਦੇ ਅਗੇਂਸਟ ਹੀਨੀਅਸ ਕ੍ਰਾਈਮਸ ਹੈ ਉਹਨਾਂ ਨੂੰ ਤਾਂ ਕੰਪਲੀਟਲੀ ਡੀਬਾਰ ਕਰੋ। ਉਹਨਾਂ ਨੂੰ ਸਿਰਫ ਇਹ ਨਹੀਂ ਕਿ ਕੁਝ ਸਾਲਾਂ ਲਈ ਲਿਮਿਟ ਕਰੋ, ਉਹਨਾਂ ਨੂੰ ਕੰਪਲੀਟਲੀ ਡੀਬਾਰ ਕਰ ਦਿਓ। ਦੇ ਕੈਨੋਟ fight in the election, they cannot contest in the elections, they cannot stand in the elections। ਬਹੁਤ ਇੰਪੋਰਟੈਂਟ ਹੈ ਤਾਂ ਕਿ ਕ੍ਰਿਮੀਨਲਸ ਨਾ ਜਾਣ। ਥਰਡ ਹੈ ਕ੍ਰਿਮੀਨਲਾਈਜੇਸ਼ਨ ਨੂੰ ਰੋਕਣ ਲਈ ਫਾਸਟ ਟਰੈਕ ਕੋਰਟਸ ਬਹੁਤ ਇੰਪੋਰਟੈਂਟ ਹੈ, ਤਾਂ ਕਿ ਜਲਦੀ ਤੋਂ ਜਲਦੀ ਕੇਸ ਇਹਨਾਂ ਦੇ ਅਗੇਂਸਟ ਸੋਲਵ ਹੋਣ, ਜੋ ਐਕਚੁਅਲੀ ਕ੍ਰਿਮੀਨਲਸ ਨੇ ਉਹਨਾਂ ਨੂੰ ਸਜ਼ਾ ਮਿਲੇ ਐਂਡ ਉਹਨਾਂ ਨੂੰ ਆਪਾਂ ਪਾਰਲੀਮੈਂਟ ਤੋਂ ਬਾਹਰ ਕੱਢ ਸਕੀਏ ਇਫ ਦੇ ਆਰ ਰੀਅਲੀ ਰਿਸਪੌਂਸਿਬਲ ਫॉर द ਹੀਨੀਅਸ ਕ੍ਰਾਈਮਸ ਜਿਨ੍ਹਾਂ ਦੇ ਚਾਰजेस ਉਹਨਾਂ ਤੇ ਲੱਗੇ ਹੋਏ ਨੇ। ਇਹ ਫਾਸਟ ਟਰੈਕ ਕੋਰਟਸ ਬਹੁਤ ਇੰਪੋਰਟੈਂਟ ਹੈ, ਨਹੀਂ ਤਾਂ ਆਪਣੀ ਜੁਡੀਸ਼ਰੀ 'ਚ ਤੁਹਾਨੂੰ ਪਤਾ ਹੀ ਹੈ 50 ਸਾਲਾਂ ਤੱਕ ਕੇਸ ਚੱਲਦਾ ਰਹੇਗਾ। ਦੈਨ ਯੂ ਵਿਲ ਗੈਟ ਟੂ ਨੋ ਕਿ ਇਹ ਐਮਪੀ ਬੰਦਾ ਬਣਾ ਰਿਹਾ ਐਂਡ ਹੀ ਵਾਜ਼ ਐਕਚੁਅਲੀ ਅ ਵੈਰੀ ਬਿਗ ਕ੍ਰਿਮੀਨਲ। ਠੀਕ ਹੈ। तो ये ਜ਼ਰੂਰੀ ਹੈ। ਟਰਾਂਸਪੇਰੈਂਸੀ ਇਨ ਕੈਂਪੇਨ ਫੰਡਿੰਗ ਹੋਣੀ ਚਾਹੀਦੀ ਹੈ, ਕਿਉਂਕਿ ਪੈਸੇ ਦਾ ਸੋਰਸ ਅਗਰ ਤੁਹਾਨੂੰ ਨਹੀਂ ਪਤਾ, ਉਨਾ ਹੀ ਜ਼ਿਆਦਾ ਕ੍ਰਾਈਮ ਹੋਣ ਦਾ ਚਾਂਸਿਸ ਹੈ। ਐਂਡ ਦੈਨ ਈਸੀਆਈ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਇਹ ਰਿਸਪੌਂਸਿਬਿਲਿਟੀ ਦੇ ਸਕਦੇ ਹਾਂ ਕਿ ਸਾਰੀ ਪੋਲੀਟੀਕਲ ਪਾਰਟੀ, ਸਾਰੇ ਇੰਡੀਵਿਜੂਅਲਸ ਦੇ ਫਾਈਨੈਂਸ਼ੀਅਲ ਆਡਿਟਸ ਕੀਤੇ ਜਾਣ, ਤਾਂ ਕਿ ਆਪਾਂ ਨੂੰ ਪਤਾ ਚੱਲੇ ਕਿ ਇਹਨਾਂ ਦੀ ਸੋਰਸ ਆਫ ਫੰਡਿੰਗ ਕਿਆ ਹੈ। ਕੋਈ ਕ੍ਰਿਮੀਨਲ ਵੇਜ਼ ਦੇ ਥਰੂ ਤਾਂ ਨਹੀਂ ਇਹ ਪੈਸਾ ਕਮਾ ਰਹੇ ਤੇ ਇਲੈਕਸ਼ਨ ਵਿੱਚ ਲਗਾ ਰਹੇ, ਰਾਈਟ। ਸੋ ਆਡਿਟ ਆਫ ਫਾਈਨੈਂਸਿਸ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ। ਸਾਡਾ ਕੈਗ ਜਿਹੜਾ ਹੈ ਸੈਂਟਰ, ਸਟੇਟ ਤੇ ਸਾਰੀ ਗਵਰਨਮੈਂਟ ਏਜੰਸੀਜ਼ ਦੇ ਆਡਿਟ ਕਰਦਾ ਹੈ ਅਕਾਊਂਟਸ। ਇਸੇ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਨੂੰ ਪੋਲੀਟੀਕਲ ਪਾਰਟੀਜ਼ ਦੇ ਅਕਾਊਂਟਸ ਆਡਿਟ ਕਰਨੇ ਚਾਹੀਦੇ ਹੈ, ਸੋ ਦੈਟ ਵੀ ਕੈਨ ਨੋ ਕਿ ਇਹ ਕੋਈ ਇਲੀਗਲ ਐਕਟੀਵਿਟੀ ਤਾਂ ਨਹੀਂ ਕਰ ਰਹੇ, ਰਾਈਟ। ਦੈਟ ਇਜ਼ ਆਲ ਅਬਾਊਟ ਦਿਸ। ਇਹਨੂੰ ਟੌਪਿਕ ਨੂੰ ਅੱਛੇ ਤਰੀਕੇ ਨਾਲ ਨੋਟਸ ਬਣਾ ਕੇ ਰੱਖ ਲਓ, ਇਟ ਵਿਲ ਬੀ ਹੈਲਪਫੁਲ ਫॉर ਯੂ। ਇਫ ਯੂ ਹੈਵ ਐਨੀ ਡਾਊਟ, ਐਨੀ ਕੁਐਰੀ, ਯੂ ਵਾਂਟ ਟੂ ਡਿਸਕਸ ਯੋਰ ਪ੍ਰੈਪਰੇਸ਼ਨ, ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਪੀਪੀਐਸਸੀ ਜਾਂ ਇਵਨ UPSC if you are preparing, you can contact me at this number, just WhatsApp or call at this number, and we can discuss all the doubts that you are facing and we can clarify that, right? That is all for this discussion। If you know, you thank you so much for joining।